ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਪਾਠ ਵਿੱਚ ਜਾਗ ਰੇ ਮਨ ਜਾਗਨ ਹਾੜੇ ਦੇ ਬਾਰੇ ਵਿੱਚ ਕਾਫੀ ਵਿਚਾਰ ਰੱਖੇ ਸਨ, ਲੇਕਿਨ ਉਹ ਅਜੇ ਪੂਰੇ ਨਹੀਂ ਹੈਗੇ ਨੇ। ਇਸ ਕਰਕੇ ਇਹ ਹੋਰ ਵੀਡੀਓ ਰੱਖ ਰਿਹਾ ਆਪਣੇ ਵਿਚਾਰ ਇਸ ਵੀਡੀਓ ਵਿੱਚ ਵੀ। ਜਾਗ ਰੇ ਮਨ ਜਾਗਣ ਹਾਰੇ। ਹੁਣ ਮਹਾਰਾਜ ਜਿਹੜਾ ਕਿਹੜੇ ਮਨ ਨੂੰ ਜਗਾਉਣ ਵਾਸਤੇ ਕਹਿ ਰਹੇ ਨੇ। ਮਨ ਜਿਹੜੇ ਹੈਗੇ ਨੇ ਤਰੇ ਹਿੱਸਿਆਂ ਵਿੱਚ ਆਪਾਂ ਡਿਵਾਈਡ ਕੀਤੇ ਨੇ। ਇੱਕ ਹੈਗਾ ਕੌਨਸ਼ੀਅਸ ਮਾਈਂਡ, ਇੱਕ ਹੈਗਾ ਸਬਕੌਨਸ਼ੀਅਸ ਮਾਈਂਡ, ਇੱਕ ਹੈਗਾ ਅਨਕੌਨਸ਼ੀਅਸ ਮਾਈਂਡ। ਹੁਣ ਤੁਸੀਂ ਇਮੇਜਨ ਕਰੋ ਕਿ 3 ਮੰਜ਼ਿਲਾ ਇੱਕ ਬਿਲਡਿੰਗ ਹੈਗੀ। ਉਹਦੇ ਵਿੱਚ ਇੱਕ ਮੰਜ਼ਲ ਜਿਹੜਾ ਹੈ ਉਹ ਗਰਾਊਂਡ ਫਲੋਰ ਤੇ ਹੈ ਤੇ ਦੂਜੇ 2 ਜਿਹੜੇ ਨੇ ਉਹ ਹੇਠਲੇ ਤਲ ਤੇ ਹੈਗੇ ਨੇ। ਹੇਠਲੇ ਤਲਾਂ ਤੇ ਜਿਹੜੀ ਤਹਿਖਾਨੇ ਹਨ ਉਹਦੇ ਵਿੱਚ ਇੱਕਦਮ ਘੁੱਪ ਹਨੇਰਾ ਹੈਗਾ। ਉੱਥੇ ਲਾਈਟ ਹੈ ਹੀ ਨਹੀਂ। ਸੂਰਜ ਦੀ ਲਾਈਟ ਤੇ ਜਾਂਦੀ ਨਹੀਂ, ਲੇਕਿਨ ਹੋਰ ਵੀ ਲਾਈਟਾਂ ਉੱਥੇ ਹੈ ਨਹੀਂ। ਹੁਣ ਆਪਾਂ ਨੂੰ ਇਹ ਗੱਲ ਸਮਝਣੀ ਹੈ ਕਿ ਜਿਹੜਾ ਕੌਨਸ਼ੀਅਸ ਮਾਈਂਡ ਹੈ ਉਹ ਲੈਫਟ ਸਾਈਡ ਹੈ, ਉਹ ਬਾਕੀ ਜਿਹੜੇ 2 ਹੈਗੇ ਨੇ ਸਬਕੌਨਸ਼ੀਅਸ ਐਂਡ ਅਨਕੌਨਸ਼ੀਅਸ ਮਾਈਂਡ, ਉਹ ਬ੍ਰੇਨ ਦੇ ਰਾਈਟ ਪਾਸੇ ਹੈਗੇ ਨੇ। ਔਰ ਬਿਲਡਿੰਗਾਂ ਦੇ ਹਿਸਾਬ ਨਾਲ ਜਿਸ ਤਰ੍ਹਾਂ ਹੇਠਲੇ 2 ਤੱਲੇ ਨੇ ਉਹਦੇ ਵਿੱਚ ਗੁੱਪ ਹਨੇਰਾ ਹੈਗਾ। ਔਰ ਜਿਹੜੇ ਸਬਕੌਨਸ਼ੀਅਸ ਔਰ ਅਨਕੌਨਸ਼ੀਅਸ ਮਾਈਂਡ ਹਨ ਉਹ ਬਹੁਤ ਵੱਡੇ ਹੈਗੇ ਨੇ। ਉਹਨਾਂ ਦਾ ਜਿਹੜਾ ਹਿੱਸਾ ਹੈ ਉਹ ਬਹੁਤ ਵੱਡਾ ਹੈਗਾ। ਉਹ ਕਿਸ ਤਰ੍ਹਾਂ ਹੈ ਉਹ ਵੀ ਦੱਸ ਦੇਣਾ। ਜਿਸ ਤਰ੍ਹਾਂ ਆਪਾਂ ਇੱਕ ਬਰਫ਼ ਨੂੰ ਲੈ ਲਈਏ, ਬਰਫ਼ ਦੀ ਸਿੱਲੀ, ਉਸ ਨੂੰ ਪਾਣੀ ਵਿੱਚ ਪਾ ਦਈਏ ਤੇ 1/, ਜਿਹੜਾ ਹੈਗਾ ਤੀਜਾ ਹਿੱਸਾ ਉੱਤੇ ਰਹੇਗਾ, 2/3 ਜਿਹੜਾ ਹੈ ਉਹ ਹੇਠਾਂ ਰਹੇਗਾ ਪਾਣੀ ਦੇ ਅੰਦਰ ਹੀ। ਇਸੇ ਪ੍ਰਕਾਰ ਇਹ ਜਿਹੜਾ ਹੈਗਾ 2 ਮੰਜ਼ਲਾ ਹਿੱਸਾ ਉਹ ਪਾਤਾਲ ਵਿੱਚ ਹੈਗਾ, ਹੇਠਲੇ ਪਾਸੇ ਡਾਰਕ। ਲੇਕਿਨ ਟੋਟਲ ਜਿਹੜਾ ਹੈਗਾ ਉਹ ਬਹੁਤ ਵੱਡਾ ਹੈਗਾ। टोटल सबकॉन्शियस और अनकॉन्शियस माइंड है वो काफ़ी वड्डा बिल्डिंग के हिसाब नाल। लेकिन कॉन्शियस माइंड और सबकॉन्शियस माइंड जिहड़ा हैगा वो कुछ भी एक्टिवनेस नहीं है ਉਹਦੇ ਵਿੱਚ, वो पैसिवनेस ਵਿੱਚ हैगा। लेकिन डीप है, हनेरा है, ਉਹਦੇ ਵਿੱਚ ਸਿਰਫ ਕਚੜੇ ਦੇ ਸਿਵਾ ਹੋਰ ਕੁਝ ਹੈ ਹੀ ਨਹੀਂ। ਜੋ ਵੀ ਕੌਨਸ਼ੀਅਸਨੈਸ ਵਿੱਚ ਆਉਂਦੇ ਨੇ ਵਿਚਾਰ, ਉਹ ਸਾਰਾ ਕਚੜੇ ਦਾ ਢੇਰ ਹੇਠਾਂ ਪਿਆ ਰਹਿੰਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਡਰ, ਆਲਸ, ਡਬਲ ਮਾਈਂਡਡਨੈਸ, ਇਹ ਸਾਰਾ ਜਿਹੜਾ ਖੇਡ ਹੈਗਾ ਉਹ ਸਬਕੌਨਸ਼ੀਅਸਨੈਸ ਔਰ ਅਨਕੌਨਸ਼ੀਅਸਨੈਸ। ਅਨਕੌਨਸ਼ੀਅਸ ਦਾ ਮਤਲਬ ਰਹਿੰਦਾ ਬੇਹੋਸ਼, ਕੋਈ ਹੋਸ਼ ਨਹੀਂ ਹੈ, ਬੇਹੋਸ਼ੀ ਦਾ ਆਲਮ ਹੈਗਾ। ਜਿਸ ਤਰ੍ਹਾਂ ਡਾਕਟਰ ਲੋਕ क्लोरोफार्म दे के
ਜਾਂ ਲੋਕੇਲਾਈਜ਼ਡ ਐਨਸਥੀਸੀਆ ਦਾ ਇੰਜੈਕਸ਼ਨ ਦੇ ਕੇ ਉਸ ਜਗ੍ਹਾ ਨੂੰ ਇੱਕਦਮ ਸੁੰਨ ਕਰ ਦਿੰਦੇ ਨੇ, ਉਹਦੇ ਵਿੱਚ ਸੈਂਸਸ ਜਿਹੜੇ ਨੇ ਉਹ ਕੰਮ ਕਰਨੇ ਬੰਦ ਹੋ ਜਾਂਦੇ ਨੇ ਉਸ ਪੋਰਸ਼ਨ ਵਿੱਚ। ਜਾਂ ਪੂਰਾ ਦੇ ਦਿੱਤਾ ਤਾਂ ਪੂਰੀ ਬੇਹੋਸ਼ੀ ਦਾ ਸਰੀਰ ਵਿੱਚ ਪੂਰੀ ਬੇਹੋਸ਼ੀ ਹੋ ਜਾਏਗੀ। ਲੇਕਿਨ ਡੇ ਬਾਈ ਡੇ ਸਾਇੰਸ ਦੇ ਵਧਣ ਨਾਲ ਡਾਕਟਰ ਲੋਕ ਉਹ ਲੋਕੇਲਾਈਜ਼ਡ ਏਰੀਏ ਨੂੰ ਜਿੱਥੇ ਆਪਰੇਸ਼ਨ ਕਰਨਾ ਹੈ ਉਤਨਾ ਏਰੀਆ ਥੋੜ੍ਹਾ ਉਸ ਤੋਂ ਵੱਧ ਕੇ ਉਤਨੇ ਏਰੀਏ ਨੂੰ ਬੇਹੋਸ਼ ਕਰਕੇ ਆਪਣਾ ਸਰਜਰੀ ਵਗੈਰਾ ਕਰਕੇ ਬੰਦੇ ਨੂੰ ਠੀਕ ਠਾਕ ਕਰਦੇ ਨੇ, ਆਪਰੇਸ਼ਨ ਕਰਦੇ ਨੇ। ਲੇਕਿਨ ਇੱਥੇ ਜਿਹੜਾ ਰੱਬ ਦਾ ਦਿੱਤਾ ਹੋਇਆ ਹੈਗਾ ਉਹਦੇ ਵਿੱਚ ਕੋਈ ਐਕਟੀਵਿਟੀ ਨਹੀਂ ਹੈ, ਉਹਦੇ ਵਿੱਚ ਕਚੜਾ ਹੀ ਕਚੜਾ ਭਰਿਆ ਹੋਇਆ, ਉਹ ਕਈ ਜਨਮਾਂ ਦਾ ਕਚੜਾ ਹੈਗਾ। ਮਨ ਮੈਗਲ ਸਾਕਤ ਬੇਗਾਨਾ, ਉਹ ਜਿਹੜਾ ਪੁਰਸ਼ਨ ਹੈ ਉਹਦੇ ਵਾਸਤੇ ਵਿੱਚ ਗੁਰਬਾਣੀ ਆਖਦੀ ਕਿ ਮਨ ਜਿਹੜਾ ਮੈਲਾ ਹੈ, ਸਾਕਤ ਹੈ, ਬੇਗਾਨਾ ਹੈ। ਮਤਲਬ ਉਸ ਨੂੰ ਸਾਫ਼ ਕਰਨ ਵਾਸਤੇ ਜਿਹੜਾ ਨਾ ਗੁਰੂ ਸਾਹਿਬ ਸੰਦੇਸ਼ ਦੇ ਰਹੇ ਹਨ, ਕਿਉਂਕਿ ਉਹ ਸੁੱਤਾ ਪਿਆ ਹੈ, ਅਚੇਤ ਹੈ, ਉਹਦੇ ਵਿੱਚ ਕੋਈ ਚੇਤਨਾ ਨਹੀਂ ਹੈ, ਕੌਨਸ਼ੀਅਸਨੈਸ ਨਹੀਂ ਹੈ, ਅਚੇਤ, ਮੂਰਛਿਤ, ਬੇਹੋਸ਼ ਉਹ ਹੇਠਲਾ ਪੋਰਸ਼ਨ ਹੈ। ਉਹਦੇ ਵਿੱਚ ਗੰਦ ਬਲਾ ਭਰੀ ਹੋਈ ਹੈ, ਉਹਦੇ ਵਿੱਚ ਹਨੇਰਾ ਹੈ। ਕੋਈ ਵੀ ਉਸ ਜਗ੍ਹਾ 'ਤੇ ਜਾਂਦਾ ਨਹੀਂ ਹੈ, ਕੋਈ ਜਾਂਦਾ ਹੀ ਨਹੀਂ ਹੈ। ਸਾਰੇ ਬੰਦੇ ਕੀਰਤਨ ਸੁਣ ਰਹੇ ਨੇ, ਰਾਗੀ ਸਿੰਘ ਗਾ ਰਹੇ ਨੇ, ਚੇਤਨਾ ਹੈ ਤੋ ਚੇਤ ਲੈਨ ਇਸ ਦਿਨ ਮੈਂ ਪ੍ਰਾਣੀ। ਉਹ ਆਪਣੇ ਆਪ ਨੂੰ ਜਿਹੜਾ ਹੈ ਸਮਝ ਰਹੇ ਨੇ ਇਹ ਸ਼ਬਦ ਹੈ, ਇਹ ਉਪਦੇਸ਼ ਨਹੀਂ ਹੈ। ਸ਼ਬਦ ਦੀ ਹੈਸੀਅਤ ਨਾਲ ਇੰਜੋਏ ਕਰ ਰਹੇ ਨੇ ਮਿਊਜ਼ਿਕ ਦਾ, ਲੇਕਿਨ ਅੰਦਰ ਜਿੱਥੇ ਤੱਕ ਗੁਰੂ ਸਾਹਿਬ ਦੱਸ ਰਹੇ ਨੇ ਉੱਥੇ ਤੱਕ ਨਹੀਂ ਜਾ ਰਹੇ ਨੇ। ਉਹ ਸਮਝ ਰਹੇ ਅਸੀਂ ਤੇ ਚੇਤ ਹੀ ਹਾਂ, ਲੇਕਿਨ ਜਿਹੜਾ ਅਚੇਤਨ ਮਨ ਹੈ ਉਹਦੇ ਬਾਰੇ ਉਸ ਨੂੰ ਜਗਾਉਣ ਵਾਸਤੇ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ। ਲੇਕਿਨ ਮਨੁੱਖ ਕੀ ਹੈ, ਕਾਂਸ਼ੀਅਸ ਮਾਈਂਡ ਨਾਲ ਹੀ ਫੈਸਲਾ ਕਰ ਲੈਂਦਾ ਆਪਣਾ, ਉਹਦੀ ਬੁੱਧੀ ਡਿਸਾਈਡ ਕਰਦੇ ਆਪਾਂ ਤੇ ਜਾਗ ਰਹੇ ਵੀ ਕਰਨਾ ਕੀ ਹੈ। ਲੇਕਿਨ ਜਿਹੜੇ ਖੁਜਾਰੀ ਰਹਿੰਦੇ ਨੇ, ਨਿਡਰ ਰਹਿੰਦੇ ਨੇ, ਹਨੇਰੇ ਤੋਂ ਨਹੀਂ ਡਰਦੇ, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਉਹ ਡੂੰਘੀ ਚੁੱਭੀ ਮਾਰਦੇ ਨੇ, ਉਹ ਜੜ੍ਹਾਂ ਦੇ ਹੇਠਾਂ ਤੱਕ ਜਾਣ ਦੀ ਕੋਸ਼ਿਸ਼ ਕਰਦੇ ਨੇ ਔਰ ਪਤਾ ਲਗਾਉਂਦੇ ਨੇ। ਲੇਕਿਨ ਜਾਣਾ ਬਹੁਤ ਕਠਿਨ ਹੈਗਾ, ਕਿਉਂਕਿ ਪੂਰਾ ਹਨੇਰਾ, ਟੋਟਲ ਡਾਰਕਨੈਸ ਹੈ, ਔਰ ਅੰਦਰ ਕੀ ਪਿਆ ਹੋਇਆ ਖਤਰਨਾਕ ਤੋਂ ਖਤਰਨਾਕ ਚੀਜ਼ਾਂ ਵੀ ਹੋ ਸਕਦੀਆਂ ਨੇ। ਇਸ ਕਰਕੇ ਗੁਰੂ ਦੀ ਆਗਿਆ, ਗੁਰੂ ਦੀ ਸਪੋਰਟ ਲੈ ਕੇ ਜਾਣਾ ਪੈਂਦਾ। ਉਹ ਬਿਨਾਂ ਟਾਰਚ ਦੇ ਜਾ ਨਹੀਂ ਸਕਦਾ ਮਨੁੱਖ। ਮੈਂ ਬਾਅਦ ਵਿੱਚ ਦੱਸਾਂਗਾ ਟਾਰਚ ਕਿਹੜੀ ਲੈਣੀ ਹੈ, ਐਵਰ ਰੈਡੀ ਦੀ ਲੈਣੀ ਹੈ ਜਾਂ ਬਣੀ ਬਣਾਈ ਟਾਰਚ ਲੈਣੀ ਹੈ। ਹੁਣ ਆਪਾਂ ਇਹ ਗੱਲ ਤੇ ਸਮਝ ਗਏ ਕਿ ਜਿਹੜਾ ਮੂਰਛਿਤ ਮਨ ਹੈ, ਬੇਹੋਸ਼ ਹੈ, ਜਾਂ ਅਨਕੌਂਸ਼ੀਅਸ ਹੈ ਜਾਂ ਅਰਧ ਕੌਂਸ਼ੀਅਸ ਹੈ, ਉਹਦੇ ਵਿੱਚ ਹਨੇਰਾ ਹੈ। ਲੇਕਿਨ ਉਹ ਹਨੇਰੇ ਵਿੱਚੋਂ ਵੀ ਇੱਕ ਇੱਕ ਨੈਗੇਟਿਵ ਫੁਰਨਾ ਨਿਕਲਦਾ ਰਹਿੰਦਾ, ਜਿਹੜਾ ਕੌਂਸ਼ੀਅਸ ਮਾਈਂਡ ਵਿੱਚ ਜਿਹੜਾ ਨਾ ਚੁੱਪਚਾਪ ਆ ਜਾਂਦਾ ਮੈਮੋਰੀ ਦੇ ਥਰੂ, ਔਰ ਫਿਰ ਜਿਹੜਾ ਉਹ ਕਨਫਲਿਕਟ ਪੈਦਾ ਕਰ ਦਿੰਦਾ ਮਾਈਂਡ ਵਿੱਚ, ਦਵੰਦ ਪੈਦਾ ਕਰ ਦੇਗਾ। ਔਰ ਮਨੁੱਖ ਜਿਹੜਾ ਹੈ ਉਸਨੂੰ ਸਮਝ ਹੀ ਨਹੀਂ ਆਉਂਦਾ ਕਿ ਮੇਰੇ ਨਾਲ ਹੋ ਕੀ ਰਿਹਾ। ਜਦ ਉਸਨੂੰ ਕੋਈ ਵਿਵੇਕੀ ਮਨੁੱਖ ਦੱਸੇਗਾ ਤਾਂ ਉਸਨੂੰ ਸਮਝ ਆਏਗਾ ਕਿ ਚੱਕਰ ਕੀ ਹੈ। ਬੰਦੇ ਨੂੰ ਅਚਾਨਕ ਗੁੱਸਾ ਆ ਜਾਂਦਾ ਹੈ, ਅਚਾਨਕ ਮਾਂ ਉਸਨੂੰ ਸਮਝਾਉਂਦੀ ਹੈ, ਪੁੱਤਰ ਲੜਿਆ ਨਾ ਕਰ, ਸਾਰਿਆਂ ਨਾਲ ਚੰਗਾ ਵਿਵਹਾਰ ਕਰ। ਬੱਚਾ ਬੋਲਦਾ ਓਕੇ ਮਾਂ, ਮੈਂ ਗਲਤੀ ਕਰ ਦਿੱਤੀ, ਮੈਂ ਮਾफ़ੀ ਚਾਹੁੰਦਾ, ਅਗਲੀ ਵਾਰੀ ਨਹੀਂ ਲੜਾਂਗਾ ਕਿਸੇ ਨਾਲ। ਲੇਕਿਨ ਅਗਲੇ ਦਿਨ ਫਿਰ ਸਕੂਲ ਜਾਂਦਾ, ਕਿਸੇ ਬੱਚੇ ਨੇ ਧੱਕਾ ਦੇ ਦਿੱਤਾ, ਇਸ ਨੂੰ ਗੁੱਸਾ ਆ ਜਾਂਦਾ। ਫਿਰ ਹੁਣ ਉਹ ਗੁੱਸਾ ਆਇਆ ਕਿੱਥੋਂ, ਇਹ ਗੁਰਬਾਣੀ ਦੱਸਦੀ ਹੈ। ਉਹਦਾ ਅਚੇਤਨ ਮਨ ਨੇ ਉਹ
ਕਸਮ ਨਹੀਂ ਚੁੱਕੀ ਜਿਹੜੀ ਚੇਤਨ ਮਨ ਨੇ ਚੁੱਕੀ ਹੈ। ਅਚੇਤਨ ਮਨ ਨੂੰ ਪਤਾ ਹੀ ਨਹੀਂ ਹੈ ਬਈ ਇਸਨੇ ਕੀ ਕੀਤਾ ਹੈ, ਔਰ ਅਚੇਤਨ ਮਨ ਜਿਹੜਾ ਹੈ ਫਿਰ ਲੜ ਬੈਠਾ। ਹਰ ਇਨਸਾਨ ਨੂੰ ਗੁੱਸਾ ਆਉਂਦਾ ਹੈ, ਹਰ ਇਨਸਾਨ ਈਰਸ਼ਾ द्वेष ਰੱਖਦਾ ਹੈ, ਹਰ ਇਨਸਾਨ ਵਿੱਚ ਨੈਗੇਟਿਵਿਟੀ ਹੈ। ਉਹਦੇ ਮਾਈਂਡ ਵਿੱਚ ਜੋ ਵੀ ਚੱਲ ਰਿਹਾ ਹੈ ਉਹ ਤ੍ਰਿਗੁਣੀ ਵਿਚਾਰ ਚੱਲ ਰਹੇ ਨੇ। ਰਜੋ ਤਮੋ ਸਤੋ ਦੇ ਜਿਹੜੇ ਹੈਗੇ ਨੇ ਇਫੈਕਟ ਉਹਦੇ ਅੰਦਰ ਹੈਗੇ ਨੇ, ਉਹ ਉਸ ਨੂੰ ਜੋ ਹੈ ਪਰਮਾਤਮਾ ਦੀ ਵੱਲੋਂ ਮਿਲੇ ਨੇ। ਕਈ ਜਨਮਾਂ ਤੋਂ ਜਿਹੜਾ ਹੈ ਕਚੜਾ ਭਰਿਆ ਪਿਆ, ਔਰ ਉਹਦਾ ਇਫੈਕਟ ਵੀ ਇਹਦੇ ਵਿੱਚ ਚੱਲ ਰਿਹਾ। ਜੇ ਝਗੜਾ ਆ ਗਿਆ, ਜੇ ਗੁੱਸਾ ਆ ਗਿਆ ਕਿਸੇ ਮਨੁੱਖ ਨੂੰ, ਉਹ ਦੋ ਕੰਮ ਕਰੇਗਾ, ਕਿਉਂਕਿ ਗੁੱਸੇ ਵਿੱਚ ਨਾ ਉਹਦਾ ਚੇਤਨ ਕੰਮ ਕਰ ਰਿਹਾ, ਨਾ ਅਚੇਤਨ ਕੰਮ ਕਰ ਰਿਹਾ, ਨਾ ਬੁੱਧੀ ਕੰਮ ਕਰ ਰਹੀ ਹੈ। ਜਾਂ ਤੇ ਉਹ ਅਗਲੇ ਨੂੰ ਇੱਕ ਥੱਪੜ ਜੜ ਦੇਗਾ, ਜਾਂ ਉਹਦੀ ਮਾਂ ਨੇ ਸਮਝਾਇਆ, ਸੀਖ ਦਿੱਤੀ ਹੈ ਬੇਟਾ ਮਾਰਿਆ ਨਾ ਕਰ, ਉਹ ਸੀਖ ਦੇ ਹਿਸਾਬ ਨਾਲ ਉਹ ਚੁੱਪ ਹੋ ਜਾਏਗਾ। ਲੇਕਿਨ ਇਹ ਦੋਹੇ ਹੀ ਜਿਹੜੀ ਕਾਰਵਾਈਆਂ ਨੇ, ਜਾਂ ਸੀਖ ਦਿੱਤੀ ਕਿ ਬਈ ਨਾ ਲੜਿਆ ਕਰ, ਇਹ ਠੀਕ ਹੈ, ਪੋਜ਼ਿਟਿਵ ਹੈ ਥੋੜੀ ਬਹੁਤ, ਲੇਕਿਨ ਅਲਟੀਮੇਟਲੀ ਟਰੁੱਥ ਨਹੀਂ ਇਹਦੇ ਵਿੱਚ। ਅਲਟੀਮੇਟਲੀ ਉਹਦੀ ਬਿਮਾਰੀ ਜਿਹੜੀ ਨਾ ਪਰਮਾਨੈਂਟਲੀ ਨਹੀਂ ਗਈ, ਇਹ ਉੱਤੋਂ ਜਿਹੜਾ ਨਾ ਲੇਪਾ ਪੋਤਨ ਹੋ ਗਿਆ ਉੱਤੋਂ, ਲੇਕਿਨ ਰੂਟਸ ਵਿੱਚ ਅਜੇ ਵੀ ਉਹ ਸਦੀ ਨਹੀਂ ਹੈ। ਮੈਂ ਫਿਰ ਇੱਕ ਐਗਜ਼ਾਮਪਲ ਦੇਵਾਂਗਾ। ਜਿਸ ਤਰ੍ਹਾਂ ਕਮਲ ਦਾ ਫੁੱਲ ਹੈਗਾ, ਉਹ ਪਾਣੀ ਵਿੱਚ ਦੂਰੋਂ ਦੇਖੋ ਤੇ ਬੜਾ ਸ਼ਾਨਦਾਰ ਦਿਖਦਾ। ਕਾਫੀ ਕਮਲ ਲੱਗੇ ਹੋਏ ਨੇ ਤਲਾਬ ਵਿੱਚ, ਰੰਗ ਰੰਗ ਭਾਂਤੀ ਭਾਂਤੀ ਦੇ ਰੰਗ ਹਨ, ਬੜੇ ਹੀ ਸੋਹਣੇ ਵਧੀਆ ਦਿਖਦੇ ਨੇ। ਲੇਕਿਨ ਜਦ ਆਪਾਂ ਨੇੜੇ ਜਾਂਦੇ ਆ ਨਾ, ਹੇਠਾਂ ਵੇਖਦੇ ਆ ਕਿ ਪਾਣੀ ਦੇ ਹੇਠਾਂ, ਤੇ ਸਾਨੂੰ ਨਜ਼ਰ ਆਉਂਦਾ ਕਿ ਪੂਰਾ ਚਿੱਕੜ, ਕਿੱਚੜ ਹੀ ਕਿੱਚੜ, ਗੰਦਗੀ ਗੰਦਗੀ। ਹੁਣ ਉਸ ਗੰਦਗੀ ਤੋਂ ਯਦੀ ਆਪਾਂ ਉੱਤੋਂ ਕਮਲ ਦਾ ਫੁੱਲ ਕੱਟ ਲਵਾਂਗੇ, ਫਿਰ ਹਫਤੇ 2 ਹਫ਼ਤੇ ਬਾਅਦ 2 ਕਮਲ ਖਿਲ ਜਾਣਗੇ। ਫਿਰ ਕੱਟ ਦੇਵਾਂਗੇ, ਫਿਰ ਵੱਧ ਕੇ ਕਮਲ ਜਿਹੜੇ ਨੇ ਖਿਲ ਜਾਣਗੇ। ਲੇਕਿਨ ਜਦ ਆਪਾਂ ਜੜ ਦੇ ਹੇਠਾਂ ਵੇਖ ਜਾਵਾਂਗੇ, ਉਸ ਨੂੰ ਇਸ ਤਰ੍ਹਾਂ ਪੱਟ ਦੇਵਾਂਗੇ, ਅਪਰੂਟ ਕਰ ਦੇਵਾਂਗੇ, ਪ੍ਰੋਬਲਮ ਸੋਲਵ ਹੋ ਜਾਏਗੀ। ਇਸ ਕਰਕੇ ਗੁਰੂ ਸਾਹਿਬ ਬਾਰ-ਬਾਰ ਲਿਖ ਰਹੇ ਨੇ, ਬੋਲ ਰਹੇ ਨੇ, ਉਪਦੇਸ਼ ਦੇ ਰਹੇ ਨੇ। ਜਾਗ ਰੇ ਮਨ ਜਾਗਣ ਹਾਰੇ, ਜਾਗ ਜਾ ਭਾਈ। ਅੰਦਰ ਵਾਲੇ ਨੂੰ ਆਦੇਸ਼ ਦੇ ਰਹੇ ਨੇ। ਉੱਤੇ ਵਾਲਾ ਤੇ ਜਿਹੜਾ ਉਹ ਤੇ ਜਾਗਿਆ ਹੀ ਹੋਇਆ ਵਿਚਾਰਾ, ਲੇਕਿਨ ਅੰਦਰ ਜਾ ਕੇ ਉਸ ਨੂੰ ਜਗਾਉਣਾ, ਉਹਦੀ ਵੀ ਇੱਕ ਟੈਕਨੀਕ ਹੈਗੀ। ਪਹਿਲੇ ਤੇ ਇਹ ਸਮਝਣਾ ਪਏਗਾ ਕਿ ਮਾਈਂਡ ਜਿਹੜੇ ਨੇ ਉਹ 3 ਹੈਗੇ ਨੇ। ਇੱਕ ਹੈ ਕੌਨਸ਼ੀਅਸ, ਇੱਕ ਹੈ ਸਬਕੌਨਸ਼ੀਅਸ, ਇੱਕ ਹੈ ਟੋਟਲ ਮੁਰਛਿਤ ਅਨਕੌਨਸ਼ੀਅਸ। ਮੁਰਛਿਤ ਬੇਹੋਸ਼, ਉਸ ਨੂੰ ਕੁਛ ਨਹੀਂ ਪਤਾ। ਲੇਕਿਨ ਪੂਰੀ ਮਨੁੱਖ ਜਾਤੀ ਜਿਹੜੀ ਹੈ ਉਹ ਫਸਟ ਫਲੋਰ ਤੇ ਹੀ ਚੱਲ ਰਹੀ ਹੈ। ਉਸ ਨੂੰ ਹੇਠਾਂ ਦੇ ਤੱਲੇ ਹੀ ਨਹੀਂ ਪਤਾ ਕਿ ਤੱਲੇ ਹੇਠਾਂ ਹੋ ਕੀ ਰਿਹਾ, ਨਹੀਂ ਪਤਾ ਉਸ ਨੂੰ। ਉਹ ਪੂਰੀ ਦੁਨੀਆ ਜਿਹੜੀ ਹੈ ਉਹ ਪਹਿਲੇ ਤੱਲੇ ਤੇ ਜੀ ਰਹੀ, ਕਿਉਂਕਿ ਉੱਥੇ ਪ੍ਰਕਾਸ਼ ਆ ਰਿਹਾ, ਸੂਰਜ ਦੀ ਲਾਈਟ ਰੋਜ਼ ਆਉਂਦੀ ਹੈ। ਹੇਠਲੇ ਪਾਸੇ ਉਹ ਨਾ ਜਾਣਦਾ ਹੈ, ਨਾ ਦੇਖਦਾ ਹੈ, ਨਾ ਪਤਾ ਕਰਦਾ, ਨਾ ਉਸ ਨੂੰ ਲੋੜ ਹੀ ਹੈਗੀ। ਲੇਕਿਨ ਜਿਸ ਨੂੰ ਗੁਰੂ ਸਾਹਿਬ ਲੈ ਜਾਂਦੇ ਨੇ ਉਹੀ ਜਾਂਦਾ। ਹੇਠਲੇ ਤਲ ਜਿੱਥੇ ਹੈ ਨਾ, ਉਹਦਾ ਹੇਠਾਂ ਵੀ ਇੱਕ ਹੋਰ ਤੱਲਾ ਹੈਗਾ। ਜਿਤਨਾ ਝਾੜ ਉੱਤੇ ਜਾਏਗਾ ਉਤਨੀ ਜੜਾਂ ਹੇਠਾਂ ਜਾਣਗੀਆਂ। ਜੇ ਝਾੜ ਦੀ ਲੰਬਾਈ 40 ਫੁੱਟ ਹੈ, 50 ਫੁੱਟ ਹੈ, ਉਹਦੀ ਜੜ ਵੀ ਜਿਹੜੀ ਹੈ ਡੁੱਗੀ ਰਹੇਗੀ। ਮਤਲਬ ਧਿਆਨ ਵਿੱਚ ਜਦ ਬੰਦਾ ਡੂੰਘਾ ਜਾਏਗਾ ਤੇ ਸਪਿਰਿਚੁਅਲੀ ਉਹ ਹਾਈ ਜਾਏਗਾ। ਜਿਤਨਾ ਉਹ ਡੂੰਘਾ ਜਾਏਗਾ, ਜੜਾਂ ਦੇ ਹੇਠ ਤੱਕ ਪਹੁੰਚ ਜਾਏਗਾ, ਉਤਨਾ ਧਿਆਨ ਉਹਦਾ ਸਿਖਰ ਤੇ ਜਾਏਗਾ। ਇਹ ਗੱਲ ਜਿਹੜੀ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਧਿਆਨ ਨੂੰ ਜਿਤਨਾ ਡੂੰਘਾ ਕਰਾਂਗੇ, ਸਪਿਰਿਚੁਅਲੀ ਮਨੁੱਖ ਜਿਹੜਾ ਉਤਨਾ ਹਾਈ ਹੋ ਜਾਏਗਾ, ਜਿਸ ਤਰ੍ਹਾਂ ਝਾੜ ਦਾ ਕੇਸ ਹੈਗਾ।
ਝਾੜ ਉੱਤੇ ਤਾਂ ਹੀ ਜਾਂਦਾ, ਉਤਨਾ ਉੱਚਾ ਜਾ ਸਕਦਾ ਜਦ ਉਹਦੀ ਹੇਠਾਂ ਜੜ੍ਹਾਂ ਮਜ਼ਬੂਤ ਹੋਣ। ਔਰ ਜਿਤਨੇ ਵੀ ਝਾੜ ਦੇ ਪੱਤੇ ਤੇ ਟਹਿਨੀਆਂ ਵਿੱਚ ਪ੍ਰਾਣ ਹੈਗੇ ਨੇ ਜਾਂ ਲਾਈਫ ਹੈ ਉਹਦੀ, ਉਹ ਜੜ ਕਰਕੇ ਹੈ। ਉਹ ਸਬਕੌਂਸ਼ੀਅਸ ਕਰਕੇ ਅਸੀਂ ਜਿਹੜਾ ਨਾ ਚੱਲ ਰਹੇ ਹਾਂ। ਐਕਟਿਵ ਮਾਈਂਡ ਜਿਹੜਾ ਉਹਦੇ ਵਿੱਚ ਕੋਈ ਖਾਸ ਨਹੀਂ ਹੈਗੀ ਗੱਲਾਂ। ਐਕਟਿਵ ਮਾਈਂਡ ਸਿਰਫ ਜੋ ਆਪਾਂ ਦੁਨਿਆਵੀ ਚੀਜ਼ਾਂ ਸਿੱਖਦੇ ਨੇ, ਕੋਈ ਪੜ੍ਹਾਈ ਕੀਤੀ, ਕੋਈ ਡਿਗਰੀ ਹਾਸਿਲ ਕੀਤੀ, ਉਹ ਐਕਟਿਵ ਮਾਈਂਡ ਤੋਂ ਹੁੰਦਾ, ਆਪਣੀ ਵਿਲ ਪਾਵਰ ਤੋਂ ਹੁੰਦਾ, ਆਪਣੀ ਪ੍ਰਯਤਨਸ਼ੀਲਤਾ ਤੋਂ ਹੁੰਦਾ, ਔਰ ਆਪਣਾ ਗਿਆਨ ਜਿਹੜਾ ਪਰਮਾਤਮਾ ਨੇ ਸ਼ੁਰੂ ਵਿੱਚ ਦਿੱਤਾ ਹੈ ਉਹਦੇ ਚੱਲਦੇ ਹੁੰਦਾ। ਇਹ ਪ੍ਰੋਪਰਟੀਆਂ ਜਿਹੜੀਆਂ ਨੇ ਇਹ ਆਤਮਿਕ ਹੈਗੀਆਂ ਨੇ। ਇਹਦੇ ਵਿੱਚ ਉਹ ਕੌਨਸ਼ੀਅਸ ਜਿਹੜਾ ਮਾਈਂਡ ਹੈ ਉਹ ਬੰਦੇ ਨੂੰ ਦੁਨੀਆ ਵਿੱਚ ਫਤਿਹ ਕਰਾ ਦਿੰਦਾ। ਅੱਜ ਵਿਗਿਆਨ ਨੇ ਇਤਨੀ ਚਮਤਕਾਰੀ ਕੰਮ ਕੀਤੇ ਨੇ, ਇਤਨੇ ਚਮਤਕਾਰੀ ਕੰਮ ਵਿਗਿਆਨਿਕਾਂ ਨੇ ਕੀਤੇ ਨੇ ਕੌਨਸ਼ੀਅਸ ਮਾਈਂਡ ਦੇ ਚੱਲਦੇ। ਕੁਝ ਫੁਰਨੇ ਆਏ ਨੇ ਕਿਸੇ ਕਿਸੇ ਵਿਗਿਆਨਿਕ ਨੂੰ ਸਬਕੌਂਸ਼ੀਅਸ ਮਾਈਂਡ ਤੋਂ ਵੀ। ਉਹਨਾਂ ਦੀ ਵਿਲ ਪਾਵਰ ਜਿਹੜੀ ਹੈਗੀ ਉਹ ਉਹਨਾਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਸੀ। ਬਾਹਰ ਦੀ ਜਿਤਨੀ ਅੱਜ ਦੁਨੀਆ ਆਪਾਂ ਦੇਖ ਰਹੇ ਇਤਨੀ ਵਧੀਆ ਬਣ ਗਈ ਹੈ। ਲੋਕਾਂ ਨੇ ਘਰ ਬਣਾ ਲਏ, ਸੜਕਾਂ ਬਣਾ ਲਈ, ਬ੍ਰਿਜਸ ਬਣਾ ਲਏ, ਮਸ਼ੀਨਾਂ ਬਣਾ ਲਈ, ਐਰੋਪਲੇਨ ਬਣਾ ਲਏ, ਦਵਾਈਆਂ ਬਣਾ ਲਈ, ਬਹੁਤ ਚੀਜ਼ਾਂ ਵਿਗਿਆਨਿਕਾਂ ਨੇ ਬਣਾਈਆਂ ਨੇ। ਉਹ ਸਾਰਾ ਖੇਡ ਜਿਹੜਾ ਨਾ ਕੌਨਸ਼ੀਅਸ ਮਾਈਂਡ ਦਾ। ਲੇਕਿਨ ਕੋਈ ਵੀ ਜਿਹੜਾ ਹੈ ਨਾ ਉਹ ਅੰਦਰ ਨਹੀਂ ਗਿਆ ਜੇ। ਵਿਗਿਆਨਿਕਾਂ ਨੂੰ ਕੋਈ ਲੋੜ ਹੀ ਨਹੀਂ ਅੰਦਰ ਜਾਣ ਦੀ। ਕੋਈ ਗਿਆ ਹੈ ਤੇ ਠੀਕ ਗੱਲ ਹੈ, ਵਧੀਆ। ਲੇਕਿਨ ਜ਼ਿਆਦਾਤਰ ਲੋਕ ਜਿਹੜਾ ਨਾ ਫਸਟ ਫਲੋਰ ਵਿੱਚ ਹੀ ਜੀ ਰਹੇ ਨੇ ਕੌਨਸ਼ੀਅਸ ਮਾਈਂਡ ਦੇ ਲੈਵਲ 'ਤੇ। ਹੇਠਲੇ ਤੱਲਾਂ 'ਤੇ ਕੋਈ ਜਾ ਹੀ ਨਹੀਂ ਰਿਹਾ। ਇਸ ਕਰਕੇ ਅੱਜ ਦੁਨੀਆ ਵਿੱਚ ਦਵੰਦ ਬਹੁਤ ਹੈਗਾ, ਮਾਈਂਡ ਵਿੱਚ ਪਰੇਸ਼ਾਨੀਆਂ ਬਹੁਤ ਹੈਗੀਆਂ ਨੇ, ਦੁਚਿੱਤੇ ਬਹੁਤ ਹੈਗੇ ਨੇ। ਕਿਉਂਕਿ ਹੇਠੋਂ ਉਹ ਜਿਹੜਾ ਹੈ ਨਾ ਕਲੀਨਲੀਨੈਸ ਹੈ ਹੀ ਨਹੀਂ, ਕੀਤੀ ਨਹੀਂ, ਪਤਾ ਹੀ ਨਹੀਂ ਹੈ। ਪਤਾ ਹੋਏਗਾ ਤਾਂ ਨਾ ਕਲੀਨ ਕਰਨ ਬੰਦਾ ਪਹੁੰਚੇਗਾ। ਲੇਕਿਨ ਗੁਰੂ ਮਹਾਰਾਜ ਇਹੀ ਦੱਸ ਰਹੇ ਨੇ, ਜਾਗ ਰੇ ਮਨ ਜਾਗਨ ਹਾਰੇ, ਜਾਗ ਜਾ, ਹੇਠਾਂ ਜਾ, ਹੇਠਲੇ ਤੱਲਾਂ 'ਤੇ ਜਾ, ਕਿਸੇ ਤਰ੍ਹਾਂ ਵੀ ਜਾ, ਮੈਂ ਤੇਰੇ ਨਾਲ ਆ। ਲੇਕਿਨ ਮਨੁੱਖ ਜਿਹੜਾ ਜਦ ਤੱਕ ਉਸਨੂੰ ਪਤਾ ਨਹੀਂ ਲੱਗਦਾ ਉਹ ਨਹੀਂ ਜਾ ਸਕਦਾ। ਗੁਰੂ ਸਾਹਿਬ ਲੈ ਜਾਣਗੇ, ਬਾਣੀ ਲੈ ਜਾਏਗੀ ਤਾਂ ਉਹ ਜਾਣ ਦੀ ਕੋਸ਼ਿਸ਼ ਕਰੇਗਾ। ਲੇਕਿਨ ਜਿਨ੍ਹਾਂ ਨੇ ਕੋਸ਼ਿਸ਼ਾਂ ਕੀਤੀ ਨੇ ਉਹ ਪਹੁੰਚੇ ਨੇ। ਤੂੰ ਬੇਅੰਤ ਕੋ ਬਿਰਲਾ ਜਾਣੇ, ਗੁਰ ਪ੍ਰਸਾਦ ਕੋ ਸਕਲ ਪਛਾਣੇ। ਉਸ ਨੂੰ ਵਿਰਲੇ ਵਿਅਕਤੀ ਜਿਹੜੇ ਨੇ ਜਾਣਦੇ ਨੇ ਪਰਮਾਤਮਾ ਨੂੰ, ਸਾਰੇ ਪਰਮਾਤਮਾ ਨੂੰ ਸਕਲ ਪਛਾਣੇ। ਸਾਰੀ ਚੀਜ਼ਾਂ ਪਛਾਣੇਗਾ ਤਾਂ ਜਦ ਕਿਰਪਾ ਹੋਏਗੀ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ ਸਕਲ ਪਛਾਣ ਲਏਗਾ। ਲੇਕਿਨ ਜਾਣਾ ਅੰਦਰ ਹੀ ਪਏਗਾ। ਜਿਹੜਾ ਮੂਰਛਿਤ ਮਨ ਹੈ ਉਸੇ ਨੂੰ ਜਗਾਉਣ ਵਾਸਤੇ ਆਖ ਰਹੇ ਨੇ ਗੁਰੂ ਸਾਹਿਬ। ਫਿਰ ਜੋ ਲੋਕ ਅੰਦਰ ਗਏ ਨੇ ਉਹ ਮਹਾਰਾਜ ਨੇ ਹੀ ਦੱਸਿਆ ਹੈ ਕਿ ਬਈ ਸਾਰਿਆਂ ਨੂੰ ਪਛਾਣ ਲਏਗਾ, ਤੂੰ ਆਪਣੇ ਅੰਦਰ ਜਾ। ਸਾਰੀ ਜਿਹੜੀ ਖੇਡ ਹੈ ਦਵੰਦ ਦੀ ਚੱਲ ਰਹੀ, ਔਰ ਦਵੰਦ ਆ ਰਿਹਾ ਸਬਕੌਂਸ਼ੀਅਸ ਮਾਈਂਡ ਦੇ ਫੁਰਨੇ ਜਿਹੜੇ ਨੈਗੇਟਿਵ ਹੈਗੇ ਨੇ ਉਹਦੇ ਚੱਲਦੇ। ਹਰ ਮਨੁੱਖ ਜਿਹੜਾ ਆਪਣੇ ਅੰਦਰ ਹੀ ਲੜਾਈ ਲੜਦਾ ਪਿਆ, ਹਰ ਮਨੁੱਖ। ਔਰ ਇਹ ਲੜਾਈ ਵੱਧਦੇ ਵੱਧਦੇ ਬਹੁਤ ਵੱਧ ਜਾਂਦੀ। ਘਰ ਵਿੱਚ ਝਗੜੇ ਹੋ ਜਾਂਦੇ ਨੇ, ਪਿੰਡ ਵਿੱਚ ਗਰੁੱਪ ਬਣ ਜਾਂਦੇ ਨੇ, ਪਿੰਡ ਵਿੱਚ ਝਗੜੇ ਹੋ ਜਾਂਦੇ ਨੇ, ਸ਼ਹਿਰਾਂ ਵਿੱਚ ਝਗੜੇ ਹੋ ਜਾਂਦੇ ਨੇ, ਹਿੰਦੂ ਮੁਸਲਿਮ ਰਾਈਟ ਹੋ ਜਾਂਦੇ ਨੇ।